ਲਓ ਜੀ, ਪੇਸ਼ ਹੈ ਜਲੰਧਰ ਬਾਈਪਾਸ ਦੀ ਕਹਾਣੀ ਬਰਸਾਤ ਐਪੀਸੋਡ 6। ਹੁਣ ਤੱਕ ਤੁਸੀਂ ਸੁਣਿਆ ਕਿ ਦਿਲਰਾਜ ਗੁਜਰਾਤ ਤੋਂ ਆਏ ਸੇਠ ਸੇਠਾਣੀ ਨੂੰ ਪੰਜਾਬ ਆਪਣੀ ਗੱਡੀ ਵਿੱਚ ਘੁਮਾਉਂਦਾ ਹੈ। ਉਹਨਾਂ ਦੀ ਕੁੜੀ ਗੀਤਾ, ਜੋ ਬਾਅਦ ਵਿੱਚ ਆਉਂਦੀ ਹੈ, ਅੰਮ੍ਰਿਤਸਰ ਏਅਰਪੋਰਟ ਤੋਂ ਚੰਡੀਗੜ੍ਹ ਛੱਡਦਾ ਹੈ। ਰਸਤੇ ਵਿੱਚ ਉਹ ਇੱਕ ਦੂਜੇ ਦੇ ਦੋਸਤ ਬਣਦੇ ਹਨ ਅਤੇ ਫਿਰ ਪਿਆਰ ਹੋ ਜਾਂਦਾ ਹੈ। ਚੰਡੀਗੜ੍ਹ ਤੋਂ ਹਿਮਾਚਲ ਘੁੰਮਦਿਆਂ ਪਿਆਰ ਗੂੜਾ ਹੋ ਜਾਂਦਾ ਹੈ। ਅੱਜ ਉਹਨਾਂ ਦੀ ਵਾਪਸੀ ਹੈ। ਗੱਡੀ ਵਿੱਚ ਉਹ ਡਲਹੌਜ਼ੀ ਤੋਂ ਅੰਮ੍ਰਿਤਸਰ ਏਅਰਪੋਰਟ ਪੁੱਜਦੇ ਹਨ। ਹੁਣ ਇਸ ਤੋਂ ਅੱਗੇ ਉਹ ਜਲਿਆਂਵਾਲੇ ਬਾਗ ਵੀ ਗਏ ਅਤੇ ਫਿਰ ਸਿੱਧੇ ਏਅਰਪੋਰਟ ਆ ਗਏ। ਜਿਵੇਂ ਜਿਵੇਂ ਸਮਾਂ ਨੇੜੇ ਆ ਰਿਹਾ ਸੀ, ਦਿਲਰਾਜ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਗੀਤਾ ਤੋਂ ਵਿਛੜ ਕੇ ਉਸ ਦੀ ਮੌਤ ਹੋ ਜਾਵੇਗੀ। ਗੱਡੀ ਵਿੱਚ ਬੈਠਿਆਂ ਹੀ ਸੇਠ ਨੇ ਦਿਲਰਾਜ ਨਾਲ ਹਿਸਾਬ ਕੀਤਾ, ਪਰ ਦਿਲਰਾਜ ਨੂੰ ਕੋਈ ਸੁੱਧ ਬੁੱਧ ਨਹੀਂ ਸੀ। ਉਸ ਨੇ ਕਿਹਾ, ਜੋ ਮਰਜ਼ੀ ਦੇ ਦਿਓ। ਸੇਠ ਨੇ ਆਪਣੇ ਵੱਲੋਂ ਕੋਈ ਕਸਰ ਨਾ ਛੱਡੀ। ਸਮਾਨ ਚੁੱਕ ਕੇ ਦਿਲਰਾਜ ਨੂੰ ਏਅਰਪੋਰਟ ਦੇ ਅੰਦਰ ਤੱਕ ਛੱਡ ਕੇ ਆਉਣ ਲਈ ਕਿਹਾ ਗਿਆ। ਸੇਠ ਤੇ ਉਸ ਦੀ ਘਰਵਾਲੀ ਅੱਗੇ ਅੱਗੇ ਸਨ, ਪਿੱਛੇ ਗੀਤਾ, ਉਸ ਤੋਂ ਪਿੱਛੇ ਦਿਲਰਾਜ ਭਰੇ ਮਨਾਂ ਨਾਲ ਤੁਰੀ ਜਾ ਰਹੇ ਸਨ। ਅੰਦਰ ਪਹੁੰਚ ਅਚਾਨਕ ਗੀਤਾ ਨੇ ਕਿਹਾ, पापा एक मिनट, शायद मैं कुछ भूल रही हूँ। अरे हाँ, ये हैंड बैग तो मम्मा का है और मम्मा खाली हाथ, इसका मतलब मेरा हैंड बैग तो गाड़ी में ही छूट गया। सेठ ने थोड़ा तैश ਵਿੱਚ ਆਉਂਦਿਆਂ ਕਿਹਾ, गीता तुम क्या करती हो? अपने सामान की संभाल भी नहीं कर सकती। ठीक है, मैं टिकटें कन्फर्म करवाता हूँ। दिलराज तुम सामान यहीं रख दो और बिटिया के साथ तब तक हैंडबैग ले आओ, और मैडम आप यहीं बैठो सामान के पास। सेठ दी घरवाली उत्थे एक आरामदार कुर्सी ते बैठ गई। सेठ अंदर वल चला गया ਅਤੇ ਦਿਲਰਾਜ ਤੇ ਗੀਤਾ ਬਾਹਰ ਆ ਗਏ। ਗੱਡੀ ਦੇ ਕੋਲ ਆ ਕੇ ਗੀਤਾ ਬੋਲੀ, दिलराज मुझसे बात नहीं करोगे? दिलराज हंजू रोकता बोलिया, तुम तो छोड़ के जा रही हो। सोचो जरा, मैं अब क्या करूँगा तेरे बगैर। और आज सवेर तो तुमने कोई बात भी नहीं करी, तुम तो अभी से भूल गई। कौन भूला दिलराज? गीता उसका हाथ फड़दी बोली, ये कैसी बातें करते हो जान? तुमसे बात करने के लिए ही तो मैं बाहर आई हूँ। ये बैग तो मैं जानबूझकर छोड़ गई थी। मेरा भी तुमसे जुदा होकर दम घुट रहा है, पर क्या करे, मजबूरी है। अपना ख्याल रखना। कहंदियां ओह दिलराज नाल लिपट गई। दिलराज ने भी घुट के कलावे विच लै लिया। ਦੋਨਾਂ ਦੀਆਂ ਅੱਖਾਂ ਪਹਿਲੀ ਮੁਲਾਕਾਤ ਦੀ ਬਰਸਾਤ ਵਾਂਗੂ ਵਰਨ ਲੱਗੀਆਂ। ਇਸ ਸਥਿਤੀ ਵਿੱਚ ਸੱਜਣਾ ਨੂੰ ਗਲ ਲਾ ਕੇ ਰੋਣ ਦਾ ਕਹਿੰਦੇ ਨੇ ਸਵਾਦ ਹੀ ਕੁਝ ਵੱਖਰਾ ਹੁੰਦਾ ਹੈ। ਇਹ ਤਾਂ ਉਹੀ ਅਨੁਭਵ ਕਰ ਸਕਦਾ ਹੈ ਜਿਸ ਨੇ ਇਹ ਸਭ ਹੰਢਾਇਆ ਹੋਵੇ। ਦਿਲਰਾਜ ਨੇ ਆਪ ਹੌਸਲਾ ਕਰਕੇ ਗੀਤਾ ਨੂੰ ਵੱਖ ਕੀਤਾ। ਗੱਡੀ ਵਿੱਚੋਂ ਉਸ ਦਾ ਸਮਾਨ ਕੱਢ ਕੇ ਫੜਾਇਆ। ਗੀਤਾ ਅਜੇ ਵੀ ਰੋ ਰਹੀ ਸੀ। ਦਿਲਰਾਜ ਨੇ ਫਿਰ ਉਸ ਨੂੰ ਇੱਕ ਵਾਰ ਗਲ ਨਾਲ ਲਾ ਲਿਆ ਅਤੇ ਫਿਰ ਉਸ ਦੇ ਅਥਰੂ ਉਂਗਲੀਆਂ ਦੇ ਪੋਟਿਆਂ ਨਾਲ ਪੂੰਝਦਾ ਬੋਲਿਆ, ਬਸ ਮੈਡਮ ਜੀ, ਚੁੱਪ ਹੋ ਜਾਓ। ਇਹ ਸ਼ਬਦ ਸੁਣਦਿਆਂ ਹੀ ਗੀਤਾ ਦੇ ਘਟਦੇ ਅਥਰੂ ਫਿਰ ਤੇਜ਼ ਹੋ ਗਏ ਅਤੇ ਹੁਬਕੀਆਂ ਲੈਂਦੀ ਬੋਲੀ, ठीक है दिलराज, अब चलना चाहिए, नहीं तो पापा इधर आ जाएंगे। मैं जाकर तुम्हें चिट्ठी लिखूंगी, मेरी चिट्ठी का जवाब दे देना। जाकर मैं पापा से तुम्हारे बारे में बात करूंगी।
जब तुम्हें बुलाया जाएगा तुम आ जाना। भगवान ने चाहा तो जल्द ही अपनी शादी होगी। तुम्हारे बिना तो जिंदगी के बारे में सोच भी नहीं सकती। ਦਿਲਰਾਜ ਉਸਦੇ ਸਿਰ ਨੂੰ ਪਲੋਸਦਾ ਕਹਿਣ ਲੱਗਾ, मैं भी आपके बिना नहीं रह सकता। जे तुम ना मिली तो अपनी जान दे दूंगा। ये एक पंजाबी का वादा है मैडम जी। पर गीता विचों ही टोकदी बोली, दिलराज फिर से मरने की बात की तो देख लेना मैं क्या करती हूँ। ਦੋਵੇਂ ਏਅਰਪੋਰਟ ਵੱਲ ਤੁਰ ਪਏ। ਅੰਦਰ ਜਾ ਕੇ ਉਹ ਸੇਠ ਦੀ ਘਰਵਾਲੀ ਕੋਲ ਜਾ ਖੜੇ ਹੋਏ। ਸੇਠ ਵੀ ਵਾਪਸ ਆ ਗਿਆ। ਉਸ ਨੇ ਦਿਲਰਾਜ ਨੂੰ ਗਲ ਨਾਲ ਮਿਲ ਕੇ ਉਸ ਦਾ ਧੰਨਵਾਦ ਕੀਤਾ। ਸੇਠ ਦੀ ਘਰਵਾਲੀ ਦੇ ਵੀ ਦਿਲਰਾਜ ਤੋਂ ਵਿਛੜਦਿਆਂ ਅਥਰੂ ਛਲਕ ਪਏ। ਉਹ ਆਪਣਾ ਸਮਾਨ ਚੱਕ ਅੰਦਰ ਨੂੰ ਚੱਲ ਪਏ। ਸਭ ਨੂੰ ਜਾਂਦਿਆਂ ਦਿਲਰਾਜ ਨੇ ਹੱਥ ਚੁੱਕ ਕੇ ਬਾਏ ਬਾਏ ਕੀਤੀ। ਦਿਲਰਾਜ ਉੱਥੇ ਖੜਾ ਉਹਨਾਂ ਨੂੰ ਜਾਂਦਿਆਂ ਤੱਕ ਰਿਹਾ ਸੀ ਅਤੇ ਹੱਥ ਹਿਲਾ ਰਿਹਾ ਸੀ। ਗੀਤਾ ਮੁੜ ਉਸ ਵੱਲ ਤੱਕ ਰਹੀ ਸੀ। ਦਿਲਰਾਜ ਓਨੀ ਦੇਰ ਉੱਥੇ ਖੜਾ ਰਿਹਾ ਜਿੰਨੀ ਦੇਰ ਤੱਕ ਉਸ ਦੀ ਜਿੰਦ ਜਾਨ, ਉਸ ਦੀ ਮਹਿਬੂਬਾ, ਉਸ ਦੀ ਸਭ ਕੁਝ ਅੱਖਾਂ ਤੋਂ ਓਹਲੇ ਨਹੀਂ ਹੋ ਗਈ। ਦਿਲਰਾਜ ਗੱਡੀ ਲੈ ਕੇ ਆਪਣੇ ਪਿੰਡ ਆ ਗਿਆ। ਅੱਜ ਪੂਰੇ 1 ਮਹੀਨੇ ਬਾਅਦ ਉਹ ਘਰ ਵਾਪਸ ਆਇਆ ਸੀ। ਹੁਣ ਉਸ ਦਾ ਘਰ ਮਨ ਨਹੀਂ ਸੀ ਲੱਗ ਰਿਹਾ। 1-2 ਦਿਨ ਬੜੀ ਮੁਸ਼ਕਲ ਵਿੱਚ ਗੁਜ਼ਰੇ। ਫਿਰ ਹੋਰ ਕੰਮ ਮਿਲ ਗਿਆ ਅਤੇ ਉਸ ਦਾ ਧਿਆਨ ਕੰਮ ਵੱਲ ਲੱਗਣ ਲੱਗਾ। 1 ਹਫ਼ਤੇ ਬਾਅਦ ਗੀਤਾ ਦੀ ਚਿੱਠੀ ਆਈ, ਜਿਸ ਨੂੰ ਉਸਨੇ ਆਪਣੇ ਕਮਰੇ ਦੇ ਅੰਦਰ ਕੁੰਡੀ ਲਾ ਕੇ ਪੜ੍ਹਿਆ ਅਤੇ ਉਸੇ ਰਾਤ ਹੀ ਚਿੱਠੀ ਦਾ ਜਵਾਬ ਲਿਖ ਦਿੱਤਾ ਤੇ ਸਵੇਰ ਨੂੰ ਪੋਸਟ ਕਰ ਦਿੱਤੀ। ਇਸ ਤਰ੍ਹਾਂ ਉਹਨਾਂ ਵਿੱਚ ਹੁਣ ਚਿੱਠੀਆਂ ਦਾ ਇੱਕ ਖੂਬਸੂਰਤ ਸਿਲਸਿਲਾ ਚੱਲ ਪਿਆ ਜੋ ਲਗਾਤਾਰ ਕਈ ਮਹੀਨੇ ਜਾਰੀ ਰਿਹਾ। ਸਰਦੀਆਂ ਆਈਆਂ ਤਾਂ ਦਿਲਰਾਜ ਦਾ ਸੀਜ਼ਨ ਹੋਣ ਕਰਕੇ ਉਹ ਕੰਮ ਵਿੱਚ ਜ਼ਿਆਦਾ ਰੁੱਝ ਗਿਆ। ਇਸ ਲਈ ਕਈ ਵਾਰ ਚਿੱਠੀ ਲਿਖਣ ਵਿੱਚ ਦੇਰ ਹੋ ਜਾਂਦੀ, ਪਰ ਫਿਰ ਵੀ ਉਹ ਚਿੱਠੀ ਲਿਖਣ ਪੜ੍ਹਨ ਲਈ ਸਮਾਂ ਕੱਢ ਹੀ ਲੈਂਦਾ। ਗੀਤਾ ਨੂੰ ਪਹਿਲੀ ਵਾਰ ਮਿਲ ਕੇ ਜੋ ਮੁਹੱਬਤ ਦਾ ਬੀਜ ਬੋਇਆ ਗਿਆ ਸੀ, ਉਸ ਨੂੰ ਚਿੱਠੀਆਂ ਰਾਹੀਂ ਭਰਪੂਰ ਪਾਣੀ ਲੱਗ ਰਿਹਾ ਸੀ। ਦਿਨੋਂ ਦਿਨ ਪਿਆਰ ਗਹਿਰਾ ਹੁੰਦਾ ਜਾ ਰਿਹਾ ਸੀ। ਪਰ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਕੁਝ ਅਜਿਹਾ ਵਾਪਰਿਆ ਜਿਸ ਨੇ ਦਿਲਰਾਜ ਦੀ ਜ਼ਿੰਦਗੀ ਉਥਲ-ਪੁਥਲ ਕਰ ਦਿੱਤੀ। ਜਨਵਰੀ ਦੇ ਅਖੀਰ ਵਿੱਚ ਜੋ ਗੀਤਾ ਦਾ ਖਤ ਆਇਆ, ਉਹ ਆਖਰੀ ਸਾਬਤ ਹੋਇਆ। ਇਸ ਤੋਂ ਬਾਅਦ ਕੋਈ ਖਤ ਨਾ ਆਇਆ। ਦਿਲਰਾਜ ਹਮੇਸ਼ਾ ਚਿੱਠੀ ਦੀ ਉਡੀਕ ਕਰਦਾ ਰਹਿੰਦਾ। ਉਹ ਜਦੋਂ ਵੀ ਪਿੰਡ ਆਉਂਦਾ, ਦੀਵਾਨਿਆਂ ਵਾਂਗ ਘਰ ਦੇ ਹਰ ਮੈਂਬਰ ਨੂੰ ਪੁੱਛਦਾ ਫਿਰਦਾ। ਡਾਕੀਏ ਕੋਲ ਜਾਂਦਾ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਗੀਤਾ ਨੇ ਆਖਿਰ ਇੰਨੀ ਦੇਰ ਕਿਉਂ ਕੀਤੀ। ਫਿਰ ਜਦੋਂ ਉਹ ਇਕੱਲਾ ਹੁੰਦਾ ਤਾਂ ਬੁਰੇ ਖਿਆਲ ਉਸ ਨੂੰ ਸਤਾਉਣ ਲੱਗਦੇ। ਆਖਰ ਕਈ ਦਿਨ ਉਡੀਕਣ ਤੋਂ ਬਾਅਦ ਉਸ ਨੇ ਡਰਦਿਆਂ ਇੱਕ ਹੋਰ ਖਤ ਲਿਖ ਕੇ ਪਾਇਆ। ਫਿਰ ਕਈ ਦਿਨ ਜਵਾਬ ਦੀ ਉਡੀਕ ਕਰਨ ਲੱਗਾ, ਪਰ ਇਸ ਵਾਰ ਵੀ ਕੋਈ ਜਵਾਬ ਨਾ ਆਇਆ। ਦਿਲਰਾਜ ਦੀ ਹਾਲਤ ਕਾਫੀ ਤਰਸਯੋਗ ਹੋ ਗਈ। ਉਹ ਭਾਵੇਂ ਦੁਨੀਆਦਾਰੀ ਲਈ ਮੁਸਕਰਾਉਂਦਾ, ਪਰ ਉਸ ਦਾ ਦਿਲ ਅੰਦਰੋਂ ਹਮੇਸ਼ਾ ਰੋਂਦਾ ਰਹਿੰਦਾ। ਉਡੀਕਦਿਆਂ ਹੁਣ ਵਿਸਾਖੀ ਵੀ ਲੰਘ ਗਈ। ਕੰਮ ਤੋਂ ਥੋੜੀ ਰਹਿਲ ਹੋਈ। ਇੱਕ ਦਿਨ ਉਸ ਨੇ ਸੋਚਿਆ ਕਿ ਅਗਰ ਅਗਲੇ ਮਹੀਨੇ ਤੱਕ ਵੀ ਕੋਈ ਖਤ ਨਾ ਆਇਆ ਤਾਂ ਉਹ ਸਿੱਧਾ ਗੁਜਰਾਤ ਚਲਾ ਜਾਵੇਗਾ। ਮਈ ਦਾ ਮਹੀਨਾ ਵੀ ਅੱਧਾ ਟੱਪ ਗਿਆ, ਪਰ ਕੋਈ ਖਤ ਨਾ ਆਇਆ। ਕਹਿੰਦੇ ਨੇ ਇੰਤਜ਼ਾਰ ਬੜਾ ਦੁਖਦਾਈ ਹੁੰਦਾ ਹੈ। ਜਿੰਦਾ ਰਹਿ ਕੇ ਵੀ ਪਲ ਪਲ ਮਰਨਾ ਪੈਂਦਾ ਹੈ। ਦਿਲਰਾਜ ਦੀ ਹਾਲਤ ਦੀਵਾਨਿਆਂ ਜਿਹੀ ਹੋ ਗਈ। ਨਾ ਖਾਣ ਪੀਣ ਦੀ ਸੁੱਧ, ਨਾ ਆਪਣੇ ਆਪ ਦੀ।
ਦਾੜੀ ਅਤੇ ਸਿਰ ਦੇ ਵਾਲ ਕਿੰਨੇ ਕਿੰਨੇ ਵੱਧ ਗਏ। ਪਹਿਲਾਂ ਵਾਂਗ ਟੌਰ ਕੱਢਣੀ ਤਾਂ ਜਿਵੇਂ ਉਹ ਭੁੱਲ ਹੀ ਗਿਆ। ਸਾਦੇ ਜਿਹੇ ਕੱਪੜੇ ਤੇ ਉਹ ਵੀ ਕਈ ਦਿਨ ਪਾਈ ਰੱਖਣੇ। ਹੱਸਣਾ ਖੇਡਣਾ ਤਾਂ ਦੂਰ, ਕਿਸੇ ਨਾਲ ਗੱਲ ਤੱਕ ਨਾ ਉਹ ਕਰਦਾ। ਇੱਕ ਦਿਨ ਜਦੋਂ ਉਹ ਘਰ ਆਇਆ ਤਾਂ ਭਰਜਾਈ ਨੇ ਦੱਸਿਆ ਕਿ ਕੋਈ ਰਜਿਸਟਰੀ ਤੇਰੇ ਨਾਂ ਦੀ ਆਈ ਹੋਈ ਹੈ ਡਾਕਖਾਨੇ। ਕਹਿੰਦੇ ਸੀ ਦਸਤਖਤ ਹੋਣੇ ਹਨ ਤਾਂ ਮਿਲਣੀ ਹੈ। ਉਸ ਦੇ ਦਿਲ ਵਿੱਚ ਹਲਚਲ ਹੋਈ। ਉਹ ਸਿੱਧਾ ਗੱਡੀ ਲੈ ਕੇ ਡਾਕਖਾਨੇ ਪਹੁੰਚ ਗਿਆ। ਡਾਕੀਏ ਨੇ ਸਾਈਨ ਕਰਵਾ ਕੇ ਲਿਫਾਫਾ ਉਸ ਨੂੰ ਦੇ ਦਿੱਤਾ। ਉਹ ਉੱਥੇ ਹੀ ਗੱਡੀ ਵਿੱਚ ਬੈਠ ਕੇ ਲਿਫਾਫਾ ਖੋਲ੍ਹਣ ਲੱਗਾ। ਲਿਫਾਫੇ ਵਿੱਚ ਇੱਕ ਕਾਰਡ ਸੀ ਜੋ ਗੁਜਰਾਤੀ ਵਿੱਚ ਸੀ, ਜਿਸ ਦੀ ਉਸ ਨੂੰ ਸਮਝ ਨਾ ਆਈ। ਇੱਕ ਲੰਬਾ ਚੌੜਾ ਖੱਤ ਸੀ। ਉਸ ਨੇ ਪਹਿਲਾਂ ਖੱਤ ਨੂੰ ਦੋਵਾਂ ਅੱਖਾਂ ਨਾਲ ਛੋਹਿਆ, ਫਿਰ ਚੁੰਮਿਆ, ਫਿਰ ਖੋਲ ਕੇ ਖੱਤ ਪੜ੍ਹਨ ਲੱਗਾ। ਖੱਤ ਵਿੱਚ ਹਾਲਚਾਲ ਤੇ ਹੋਰ ਗੱਲਬਾਤ ਤੋਂ ਇਲਾਵਾ ਗੀਤਾ ਨੇ ਲਿਖਿਆ ਸੀ, दिलराज, मेरे प्यारे दिलराज, इस पत्थर को ज़रा दिल मजबूत करके पढ़ना। मैं तुम्हें बहुत प्यार करती हूँ और करती रहूँगी। माफ़ करना दिलराज, यह खत लिखते लिखते बहुत देर हो गई मुझसे। मैं जानती हूँ मेरी जान मेरे खत का पल पल इंतज़ार करता होगा। मैंने तुम्हें बहुत तड़फाया। कान पकड़कर माफ़ी मांगती हूँ। ਪੜਦਿਆਂ ਦਿਲਰਾਜ ਦੀਆਂ ਅੱਖਾਂ ਸਿਮਣ ਲੱਗੀਆਂ ਅਤੇ ਬੂੰਦਾਂ ਬਣ ਕੇ ਗੱਲਾਂ ਉੱਤੇ ਰਸਤਾ ਬਣਾਉਂਦੀਆਂ ਤੁਰ ਪਈਆਂ। ਦਿਲਰਾਜ ਨੇ ਅੱਗੇ ਪੜ੍ਹਨਾ ਸ਼ੁਰੂ ਕੀਤਾ। दिलराज, क्या करती, मजबूरी ही कुछ ऐसी थी। तुम क्या जानो दिलराज मेरे पर क्या गुजरी। शुरू से बताती हूँ। ਦਿਲਰਾਜ ਨੇ ਹੱਥਾਂ ਨਾਲ ਇੱਕਦਮ ਆਪਣੇ ਹੰਝੂ ਪੂੰਝੇ ਅਤੇ ਉਤਸੁਕਤਾ ਪੂਰਵਕ ਸਿੱਧਾ ਹੋ ਕੇ ਬੈਠਦਿਆਂ ਅੱਗੇ ਪੜ੍ਹਨਾ ਸ਼ੁਰੂ ਕੀਤਾ। दिलराज, नए साल की शुरुआत में मैंने एक दिन पापा को हौसला करके तुम्हारे बारे में बात की और सब कुछ बता दिया और यह भी कहा कि मुझे दिलराज से शादी करनी है। लेकिन पापा ने सुनते ही एक जोर से चांटा मेरे मुंह पर दे मारा और जोर जोर से डांटने लगे। मैंने पापा को इतना गुस्से में कभी नहीं देखा जितना उस दिन थे। मम्मी ने भी उनका साथ दिया। मुझे घर में ही नज़रबंद कर दिया गया। दूसरे ही दिन मेरी इच्छा जाने बगैर मेरा रिश्ता एक गुजराती परिवार में जो दूर गांव में रहता है कर दिया। लड़का खानदानी रईस है और किसानी करता है। मुझे उससे मिलाया ना दिखाया और ना ही कोई मंगनी हुई। सीधा एक हफ्ते में मेरी शादी कर दी। मैं बहुत रोई, गिड़गिड़ाई, मम्मी पापा के पैर पकड़े पर किसी ने एक ना सुनी। तब से ससुराल में थी। सास ससुर और पति की ज़रूरतें पूरी करती रही। मम्मी पापा तो यहाँ मिलने तक नहीं आए। 5-6 महीने गुजरे हैं। इस गांव के बारे में मैं थोड़ा बहुत जान सकी हूँ। यह घर बहुत बड़ी हवेली है जो गांव की एक तरफ है। बाकी सारा गांव गरीब है और छोटे छोटे घर हैं। मेरे ससुर का सारे गांव पर राज चलता है, पर मेरा इन लोगों से कभी प्यार नहीं हुआ। एक जिंदा लाश बनकर इनकी ज़रूरतें और इनके काम पूरे कर रही हूँ। मैं जानती हूँ कि तुम्हें यह खबर किसी भूचाल की तरह लगेगी, पर क्या करती दिलराज, मजबूरी कुछ इस तरह की थी कि सब कुछ चाहते हुए भी कुछ नहीं कर सकी।
पर मेरा प्यार तुम्हारे लिए आज भी वैसा ही है। तुम अपना ख्याल रखना। हो सके तो मेरी जान मुझे भूलने की कोशिश करना। शायद फिर कभी मौका ना मिले और मेरा यह खत आखिरी हो। अलविदा। कहानी ਦਾ ਬਾਕੀ ਹਿੱਸਾ ਅਗਲੇ ਐਪੀਸੋਡ ਦੇ ਵਿੱਚ।